ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣੇ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। ਸਮਰਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਹੇ ਸੱਚੇ ਪਾਤਸ਼ਾਹ, ਆਪ ਜੀ ਦਾ ਬੇਅੰਤ ਸ਼ੁਕਰ ਹੈ। ਗੁਰ ਕਿਰਪਾ ਦੁਆਰਾ ਚੱਲ ਰਹੀ ਗੁਰਬਾਣੀ ਸ਼ਬਦ ਦੀ ਵਿਚਾਰ ਕਿ ਇੱਕ ਕੀ ਹੈ। ਪਿੱਛੇ ਵੀ ਆਪਾਂ ਨੇ ਰਲ ਮਿਲ ਕੇ ਵਿਚਾਰ ਕੀਤੀ ਸੀ ਕਿ ਇੱਕ ਕੀ ਹੈ। ਅੱਜ ਤੋਂ ਥੋੜ੍ਹੀ ਜਿਹੀ ਵਿਸਥਾਰ ਨਾਲ ਗੱਲ ਕੀਤੀ ਜਾਵੇਗੀ ਦੋਨੇ ਹੀ ਪੱਖਾਂ ਨੂੰ ਲੈ ਕੇ, ਕਿ ਜੋ ਪਿੱਛੇ ਪ੍ਰਚਲਿਤ ਵਿਚਾਰਧਾਰਾ ਹੈ, ਜੋ ਅਰਥ ਪ੍ਰਣਾਲੀ ਟੀਕਾਕਾਰਾਂ ਦੁਆਰਾ ਕੀਤੀ ਗਈ ਹੈ, ਸੋ ਗੁਰਬਾਣੀ ਤੋਂ ਵੀ ਸੋਝੀ ਜੋ ਪ੍ਰਾਪਤ ਹੋ ਰਹੀ ਹੈ ਉਸ ਦੇ ਅਨੁਸਾਰ ਵੀ ਜੋ ਸੱਚਖੰਡ ਹੈ ਉਹ ਬੇਅੰਤ ਜੋਤਾਂ ਦਾ ਸਮੂਹ ਹੈ। ਸੱਚਖੰਡ ਦੇ ਅੰਦਰ ਪੂਰਨ ਬ੍ਰਹਮ, ਸਤਿਗੁਰ, ਭਗਤ, ਇਹ ਕੱਲੀ ਕੱਲੀ ਜੋਤ ਦਾ ਨਾਮ ਹੈ। ਇਹ ਸਾਰੀਆਂ ਜੋਤਾਂ ਦੇ ਜੋ ਇਕੱਠ ਹੈ ਉਸ ਨੂੰ ਪਰਮੇਸ਼ਰ ਆਖਿਆ ਜਾਂਦਾ ਹੈ, ਪਾਰ ਬ੍ਰਹਮ ਆਖਿਆ ਜਾਂਦਾ ਹੈ, ਸੁਖ ਸਾਗਰ ਆਖਿਆ ਜਾਂਦਾ ਹੈ, ਬੇਗਮਪੁਰਾ ਸ਼ਹਿਰ ਆਖਿਆ ਜਾਂਦਾ ਹੈ। ਉੱਥੇ ਇੱਕ ਨਹੀਂ ਬੇਅੰਤ ਹੀ ਜੋਤਾਂ ਹਨ। ਉਹ ਸਾਰੀਆਂ ਜੋਤਾਂ ਦਾ ਜੋ ਸਮੂਹ ਹੈ ਗੁਰਬਾਣੀ ਅਨੁਸਾਰ ਉਹ ਸੱਚਖੰਡ ਹੈ। ਉਹਨਾਂ ਸਾਰੀਆਂ ਜੋਤਾਂ ਦਾ ਜੋ ਆਕਾਰ ਹੈ ਉਹ ਇੱਕ ਹੈ, ਏਕੰਕਾਰ ਹੈ, ਇੱਕੋ ਜਿਹਾ ਹੀ ਸਰੂਪ ਹੈ ਸਾਰੀਆਂ ਦਾ ਹੀ। ਇਸੇ ਕਰਕੇ ਉਹ ਸੱਚਖੰਡ ਹੈ। ਗੁਰਬਾਣੀ ਵੀ ਫਰਮਾਨ ਕਰਦੀ ਹੈ ਕਿ ਸੱਚਖੰਡ ਵਸੈ ਨਿਰੰਕਾਰ, ਕਿ ਜਿੰਨੀਆਂ ਵੀ ਉਹ ਜੋਤਾਂ ਹਨ ਸਾਰੀਆਂ ਹੀ ਨਿਰੰਕਾਰ ਹਨ, ਉਹਨਾਂ ਦਾ ਇੱਕੋ ਹੀ ਆਕਾਰ ਹੈ, ਦੂਸਰਾ ਆਕਾਰ ਕੋਈ ਨਹੀਂ। ਦੂਸਰਾ ਆਕਾਰ ਉਦੋਂ ਪੈਦਾ ਹੁੰਦਾ ਜਦੋਂ ਮਾਇਆ ਪ੍ਰਗਟ ਹੁੰਦੀ ਹੈ, ਜਦੋਂ ਇਸ ਇੱਕ ਦੇ ਅੰਦਰ ਹੀ ਭਰਮ ਪੈਦਾ ਹੋਇਆ। ਜਿਹੜੀ ਜਿਹੜੀ ਜੋਤ ਦੇ ਅੰਦਰ ਭਰਮ ਪੈਦਾ ਹੋਇਆ ਉਹ ਇੱਕ ਨਹੀਂ ਰਿਹਾ, ਉਹ ਸਾਬਤ ਨਹੀਂ ਰਹਿੰਦਾ। ਉਹ ਜੋਤ ਪੂਰਨ ਨਹੀਂ ਰਹਿੰਦੀ, ਅਪੂਰਨ ਹੋ ਜਾਂਦੀ ਹੈ। ਉਹ ਪੂਰਨ ਬ੍ਰਹਮ ਨਹੀਂ ਰਹਿ ਜਾਂਦਾ, ਉਹ ਬ੍ਰਹਮ ਰਹਿ ਜਾਂਦਾ ਹੈ। ਫਿਰ ਬ੍ਰਹਮ ਦੋ ਹਿੱਸਿਆਂ ਵਿੱਚ ਹੋ ਜਾਂਦਾ, ਬ੍ਰਹਮ ਵਾ ਬ੍ਰਹਮਾ। ਜਿਵੇਂ ਕੱਲਾ ਫੌਜੀ ਹੈ ਤੇ ਇਕੱਠ ਨੂੰ ਫੌਜ ਕਹਿ ਦਿੰਦੇ, ਕੱਲੀ ਪਾਣੀ ਦੀ ਬੂੰਦ ਹੈ, ਜ਼ਿਆਦਾ ਪਾਣੀ ਨੂੰ ਸਮੁੰਦਰ ਵਾ ਤਲਾਅ, ਨਹਿਰ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ।
ਸੋ ਸੱਚਖੰਡ ਦੇ ਅੰਦਰ ਜਿੰਨੀਆਂ ਵੀ ਜੋਤਾਂ ਹਨ ਉਹ ਸਾਰਿਆਂ ਦੇ ਸਮੂਹ ਨੂੰ ਪਰਮੇਸ਼ਰ ਵਾ ਸੱਚਖੰਡ ਆਖਿਆ ਜਾਂਦਾ ਹੈ। ਜਿਵੇਂ ਪਾਤਸ਼ਾਹ ਸ੍ਰੀ ਰਵਿਦਾਸ ਜੀ ਵੀ ਵਿਖਿਆਨ ਕਰਦੇ ਹਨ, ਪੰਨਾ 345 ਦੇ ਉੱਪਰ ਸ਼ਬਦ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਓ। ਇਸ ਸ਼ਬਦ ਦੇ ਅੰਦਰ ਉਹਨਾਂ ਦਾ ਇੱਕ ਵਚਨ ਆਉਂਦਾ ਹੈ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ, ਕਿ ਉੱਥੇ ਸਦਾ ਹੀ ਪਾਤਸ਼ਾਹੀ ਰਹਿੰਦੀ ਹੈ। ਦੋਮ ਨਾ ਸੇਮ ਏਕ ਸੁਹਾਈ, ਉੱਥੇ ਦੋਮ ਸੇਮ ਨਹੀਂ ਹੈ, ਆਪਣਾ ਪਰਾਇਆ ਨਹੀਂ ਹੈ, ਮੇਰ ਤੇਰ ਨਹੀਂ ਹੈ। ਉਹ ਸਾਰੀਆਂ ਜੋਤਾਂ ਦੇ ਵਿੱਚ ਏਕਤਾ ਹੈ। ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮੰਗੂਰ। ਹੁਣ ਇੱਥੇ ਦੇਖੋ ਪਾਤਸ਼ਾਹ ਨੇ ਵਿੱਚ ਲਿਖਿਆ ਊਹਾਂ ਗਨੀ ਬਸੈ, ਸੱਚਖੰਡ ਵਸੈ। ਇੱਥੇ ਵੀ ਉਹੀ ਗੱਲ ਹੈ ਕਿ ਉੱਥੇ ਜਿੰਨੀਆਂ ਵੀ ਜੋਤਾਂ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਬੇਅੰਤ ਹੀ ਜੋਤਾਂ ਹਨ। ਸੋ ਇੱਕ ਦਾ ਭਾਵ ਹੈ ਕਿ ਉਹ ਸਾਰੀਆਂ ਜੋਤਾਂ ਦਾ ਆਕਾਰ ਇੱਕ ਹੈ, ਔਰ ਉਹਨਾਂ ਸਾਰੀਆਂ ਜੋਤਾਂ ਦੀ ਸਵੈ ਇੱਛਾ ਇੱਕ ਹੈ, ਜਿਹਨੂੰ ਸਾਡੀ ਗੁਰਬਾਣੀ ਦੇ ਅੰਦਰ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਹੁਕਮ ਆਖਿਆ। ਭਵ ਸਾਗਰ ਦੇ ਅੰਦਰ ਉਹਦਾ ਹੁਕਮ ਕੰਮ ਕਰਦਾ ਹੈ। ਪੂਰਨ ਜੋਤ ਭਵ ਸਾਗਰ ਦੇ ਅੰਦਰ ਨਹੀਂ ਆਉਂਦੀ। ਜਿਹੜੀ ਪੂਰਨ ਤੋਂ ਅਪੂਰਨ ਹੋ ਜਾਂਦੀ ਹੈ ਉਹਨਾਂ ਦੇ ਲਈ ਭਵ ਸਾਗਰ ਹੈ, ਜਿਹੜੀਆਂ ਜੋਤਾਂ ਪੂਰੀਆਂ ਨੇ ਉਹਨਾਂ ਲਈ ਸੁਖ ਸਾਗਰ ਹੈ। ਇਸੇ ਕਰਕੇ ਜਿਹੜਾ ਇੱਕ ਹੈ ਉਹ ਮਾਇਆ ਤੋਂ ਪਰੇ ਹੈ, ਤੇ ਜਿਹੜੇ ਇੱਕ ਦੇ ਵਿੱਚ ਕਮੀ ਆਉਂਦੀ ਹੈ, ਜਿਹੜੀ ਜੋਤ ਦੇ ਅੰਦਰ ਕਮੀ ਆਉਂਦੀ ਹੈ, ਉਹ ਮਾਇਆ ਦੇ ਵਿੱਚ ਆ ਜਾਂਦਾ ਹੈ। ਆਇਆ ਮਾਇਆ ਦੇ ਵਿੱਚ ਵੀ ਇੱਕੋ ਹੀ ਹੋਇਆ, ਪਰ ਇੱਕ ਦਾ ਧਿਆਨ ਮਾਇਆ 'ਚ ਹੈ, ਇੱਕ ਦਾ ਧਿਆਨ ਮਾਇਆ 'ਚ ਨਹੀਂ ਹੈ। ਜੇ ਮਾਇਆ 'ਚ ਆਪਾਂ ਨੇ ਸਮਝਣਾ, ਸਮਝ ਲਓ ਵੀ ਇੱਕ ਬੰਦਾ ਸੁੱਤਾ ਪਿਆ, ਇੱਕ ਬੰਦਾ ਜਾਗਦਾ। ਹੁਣ ਸੁੱਤੇ ਪਏ ਨੂੰ ਕੀ ਪਤਾ? ਕੁਛ ਵੀ ਨਹੀਂ ਪਤਾ। ਪਰ ਸੁੱਤਾ ਪਿਆ ਵੀ ਸੁਪਨਾ ਦੇਖ ਰਿਹਾ, ਉਹ ਸੁਪਨੇ ਨੂੰ ਸੱਚ ਮੰਨ ਰਿਹਾ। ਇੱਕ ਜਾਗਦਾ, ਉਹਨੂੰ ਸਾਰਾ ਹੀ ਪਤਾ ਹੈ। ਸੋ ਇਸੇ ਤਰ੍ਹਾਂ ਹੀ ਅੱਜ ਜੋ ਸੱਚਖੰਡ ਹੈ ਉਹ ਜਾਗਦਾ, ਉਹਨੂੰ ਸਾਰੀ ਸੋਝੀ ਹੈ। ਇਸੇ ਕਰਕੇ ਜਾਗਦਿਆਂ ਦਾ ਹੀ ਹੁਕਮ ਚੱਲਦਾ ਹੈ। ਜਿਹੜੀਆਂ ਜੋਤਾਂ ਸੁੱਤੀਆਂ ਪਈਆਂ ਨੇ, ਬਸ ਸੌਣਾ ਦਾ ਭਾਵ ਹੈ ਭਰਮ ਦੇ ਵਿੱਚ ਨੇ, ਉਹਨਾਂ ਨੇ ਇੱਕ ਸੁਪਨਾ ਸ਼ੁਰੂ ਕਰ ਲਿਆ। ਉਹ ਸੁਪਨੇ ਦੇ ਵਿੱਚੋਂ ਉਹਨਾਂ ਨੂੰ ਠਾਲਣ ਵਾਸਤੇ ਕਿ ਤੂੰ ਜਾਗ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਹੇ ਗਾਫਲ ਸੋਇਆ। ਮਨ ਨੂੰ ਜਗਾਉਣ ਵਾਸਤੇ ਸੱਚਖੰਡ ਨੇ ਬਾ ਪਰਮੇਸ਼ਰ ਨੇ ਇਹ ਹੁਕਮ ਭੇਜਿਆ, ਬਾਣੀ ਭੇਜੀ। ਬਾਣੀ ਤੋਂ ਭਗਤ ਸਾਹਿਬਾਨਾਂ ਨੇ ਵਾ ਜਿਹਦੇ ਜਿਹਦੇ ਹਿਰਦੇ ਵਿੱਚ ਬਾਣੀ ਆਈ, ਪ੍ਰਗਟ ਹੋਈ, ਜਿਨ੍ਹਾਂ ਦੀ ਆਪਣੀ ਸਵੈਮ ਦੀ ਚਿੰਤਾ ਖਤਮ ਹੋਈ, ਉਹਨਾਂ ਨੇ ਫਿਰ ਦੂਸਰਿਆਂ ਦੀ ਚਿੰਤਾ ਨੂੰ ਖਤਮ ਕਰਨ ਵਾਸਤੇ ਇਸ ਮਿਰਤ ਲੋਕ ਦੇ ਅੰਦਰ ਸ਼ਬਦ ਘੜੇ। ਸ਼ਬਦ ਤੋਂ ਫਿਰ ਅੱਖਰ ਨੇ ਜੋ ਇੱਥੇ ਪ੍ਰਚਲਿਤ ਨੇ, ਉਹਨਾਂ ਅੱਖਰਾਂ ਦੇ ਵਿੱਚ ਸ਼ਬਦ ਬਣਾ ਕੇ ਉਹ ਤੱਤ ਗਿਆਨ ਦੀ ਸੋਝੀ ਬਖਸ਼ੀ। ਉਹ ਸਾਡੇ ਕੋਲ ਅੱਜ ਗੁਰਬਾਣੀ ਰੂਪ ਦੇ ਵਿੱਚ ਹੈ। ਪਹਿਲਾਂ ਵੇਦ ਸੀ, ਇਹ ਵੀ ਵੇਦ ਹੀ ਹੈ। ਉਸ ਵੇਲੇ ਉਸ ਭਾਸ਼ਾ ਪ੍ਰਚਲਿਤ ਸੀ, ਹੁਣ ਇਹ ਭਾਸ਼ਾ ਪ੍ਰਚਲਿਤ ਹੈ। ਅਗਾਂਹ ਜੋ ਭਾਵ ਹੈ ਪਰਮੇਸ਼ਰ ਨੂੰ ਉਹ ਹੋ ਜਾਣਾ ਹੈ। ਸੋ ਹੁਕਮ ਚੱਲਦਾ ਰਹਿੰਦਾ ਪਰਮੇਸ਼ਰ ਦਾ, ਹੁਕਮ 'ਚ ਕੋਈ ਤਬਦੀਲੀ ਨਹੀਂ ਹੈ। ਮਾਇਆ 'ਚ ਤਬਦੀਲੀ ਆਉਂਦੀ ਹੈ, ਮਾਇਆ ਡੋਲਦੀ ਹੈ, ਹੁਕਮ ਸਥਿਰ ਹੈ। ਸੋ ਬੇਅੰਤ ਬਚਨ ਨੇ ਪਾਤਸ਼ਾਹ ਦੇ, ਜਿਵੇਂ ਪਾਤਸ਼ਾਹ ਕਹਿੰਦੇ ਆ, ਨਾਨਕ ਸੱਚਾ ਏਕ ਹੈ ਦੋਹਾਂ ਵਿੱਚ ਸੰਸਾਰ, ਕਿ ਜਿੰਨਾ ਚਿਰ ਜੋਤ ਇੱਕ ਹੈ ਉਹਨਾਂ ਚਿਰ ਉਹ ਸੱਚੀ ਹੈ। ਤੇ ਜਦੋਂ ਉਹੀ ਜੋਤ ਦੋ ਹਿੱਸਿਆਂ ਵਿੱਚ ਹੋ ਜਾਂਦੀ ਹੈ ਫਿਰ ਸੰਸਾਰ ਹੋ ਜਾਂਦਾ ਹੈ। ਸੰਸਾਰ ਕੀ ਹੈ? ਸੰਸਾ ਇਹੋ ਸੰਸਾਰ ਹੈ। ਜਿਹੜਾ ਸਾਡੇ ਅੰਦਰ ਸੰਸਾ ਪੈਦਾ ਹੋ ਗਿਆ, ਸ਼ੰਕਾ ਪੈਦਾ ਹੋ ਗਈ, ਭਰਮ ਪੈਦਾ ਹੋ ਗਿਆ, ਇੱਛਾ ਪੈਦਾ ਹੋ ਗਈ, ਉਹਦੇ ਕਰਕੇ ਸੰਸਾਰ ਬਣਾਉਣਾ ਪਿਆ, ਸ੍ਰਿਸ਼ਟੀ ਸਾਜਣੀ ਪਈ।
ਪਾਪ ਪੁੰਨ ਦੋਨੋਂ ਭਾਈ, ਦੋਹੋਂ ਮਿਲ ਕੇ ਸ੍ਰਿਸ਼ਟ ਉਪਾਈ। ਜਿਹੜੀ ਜੋਤ ਨੇ ਆਪਣੀ ਇੱਛਾ ਪੈਦਾ ਕੀਤੀ ਉਹਦੇ ਲਈ ਉਹ ਪਾਪ ਹੋ ਗਿਆ, ਭਰਮ ਪੈਦਾ ਹੋ ਗਿਆ। ਜਿਹੜੀ ਜੋਤ ਨੇ ਇੱਛਾ ਹੀ ਨਹੀਂ ਪੈਦਾ ਕੀਤੀ ਉਹ ਪੁੰਨ ਹੋ ਗਿਆ, ਉਹ ਹੁਕਮ ਹੋ ਗਿਆ, ਉਹ ਸੱਚਖੰਡ ਹੈ। ਹੁਣ ਜਿਹੜੀਆਂ ਜੋਤਾਂ ਨੇ ਪਾਪ ਕੀਤਾ, ਭਰਮ ਪੈਦਾ ਕੀਤਾ, ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਸੱਚਖੰਡ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ। ਸਰੀਰ ਬਣਾਏ, ਸਰੀਰਾਂ ਦੇ ਵਿੱਚ ਜੋਤ ਆਉਂਦੀ ਹੈ, ਸੋਝੀ ਆਉਂਦੀ ਹੈ, ਤੇ ਲਾਸਟ ਦੇ ਵਿੱਚ ਆ ਕੇ ਆ ਮਨੁੱਖਾ ਤਨ ਮਿਲਦਾ। ਤਾਂ ਹੀ ਪਾਤਸ਼ਾਹ ਕਹਿੰਦੇ ਆ, ਭਈ ਪਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਦਿੱਤੀ ਸੱਚੇ ਪਾਤਸ਼ਾਹ ਨੇ। 84 ਲੱਖ ਜੂਨ ਸਵਾਈ, ਮਾਨੁਖ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏ। ਹੇ ਮੇਰੇ ਮਨਾ, ਆ ਤੈਨੂੰ ਲਾਸਟ ਵਾਰੀ ਦਿੱਤੀ ਗਈ ਹੈ। ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਇਸ ਵਾਰੀ ਤੂੰ ਸਫਲ ਬਣਾ ਕੇ ਜਾਣਾ ਕਿ ਜਾਂ ਅਸਫਲ ਬਣਾ ਕੇ ਜਾਣਾ। ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਭਗਤ ਸਾਹਿਬਾਨਾਂ ਨੇ ਕਿਰਪਾ ਕਰ ਦਿੱਤੀ, ਗੁਰਬਾਣੀ ਦਿੱਤੀ। ਤੇਰੇ ਕੋਲ ਗਿਆਨ ਇੰਦਰੇ ਹਨ, ਤੂੰ ਗੁਰਬਾਣੀ ਦੇ ਉੱਤੇ ਭਰੋਸਾ ਕਰ। ਸਤਿਗੁਰ ਕੀ ਬਾਣੀ ਸਤ 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 ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਮੋਹੋਂ ਆਪ ਕਢਾਏ। ਇਹ ਉਸ ਕਰਤੇ ਪੁਰਖ ਨੇ ਉਹਨਾਂ ਪੁਰਖਾਂ ਦੇ ਮੋਹੋਂ ਕਢਵਾਈ। ਉਹਨਾਂ ਨੇ ਸਾਡੇ ਭਲੇ ਵਾਸਤੇ ਇਹਨਾਂ ਨੂੰ ਅੱਖਰਾਂ ਦੇ ਵਿੱਚ ਲਿਖਿਆ। ਗੁਰਬਾਣੀ ਮੈਂ ਹਰ ਨਾਮ ਸਮਾਇਆ, ਇਹਦੇ ਅੰਦਰ ਨਾਮ ਨੂੰ ਸਮਾਇਆ। ਉਹ ਹੁਕਮ ਦੀ ਸੋਝੀ ਬਖਸ਼ੀ ਕਿ ਜਿਹੜੀ ਜਿਹੜੀ ਜੀਵ ਆਤਮਾ, ਜਿਹੜਾ ਜੀਵ ਇਸ ਸੋਝੀ ਨੂੰ ਪ੍ਰਾਪਤ ਕਰ ਲਵੇਗਾ ਉਹ ਸਵੈਮ ਇੱਕ ਹੋ ਜਾਵੇਗਾ। ਅਸੀਂ ਇੱਕ ਹੋਣ ਵਾਸਤੇ ਆਏ ਹੋਏ ਹਾਂ। ਜਿਵੇਂ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕਹਿੰਦੇ ਆ, ਅੰਗ 251 ਦੇ ਉੱਪਰ ਸ਼ਲੋਕ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸਟੋਰ, ਨਾਨਕ ਗੁਰਮੁਖ ਸੋ ਬੂਝੈ ਜਾ ਕੈ ਭਾਗ ਮਥੋਰ। ਕਹਿੰਦੇ ਅਸੀਂ ਆਏ ਹਾਂ ਸ੍ਰਿਸ਼ਟੀ ਦੇ ਅੰਦਰ, ਮੈਂ ਬਿਨ ਬੂਝੇ ਪਸਟੋਰ। ਪਰ ਕਹਿੰਦੇ ਜੇ ਅਸੀਂ ਹੁਕਮ ਹੀ ਨਾ ਬੁੱਝਿਆ, ਅਸੀਂ ਆਏ ਕੀ ਹਾਂ ਇੱਥੇ ਕਰਨ? ਅਸੀਂ ਹੁਕਮ ਬੁੱਝਣ ਵਾਸਤੇ ਆਏ ਹਾਂ। ਹੁਕਮ ਬੂਝ ਪਰਮ ਪਦ ਪਾਈ। ਫਿਰ ਸਾਨੂੰ ਉਹੀ ਅਵਸਥਾ ਜਿਹੜੀ ਪਹਿਲੀ ਸਾਡੀ ਇੱਕ ਵਾਲੀ ਹੈ ਉਹ ਪ੍ਰਾਪਤ ਹੋ ਜਾਵੇਗੀ। ਤੇ ਜਿੰਨਾ ਚਿਰ ਸਾਨੂੰ ਇੱਕ ਵਾਲੀ ਅਵਸਥਾ ਪ੍ਰਾਪਤ ਨਹੀਂ ਹੁੰਦੀ, ਉਨਾ ਚਿਰ ਦੋਹਾਂ ਮੈਂ ਸੰਸਾਰ ਹੈ। ਫਿਰ ਇਹ ਸੰਸਾਰ ਚੱਲਦਾ ਰਹੂਗਾ, ਸਰੀਰ ਭਾਵੇਂ ਕੋਈ ਵੀ ਹੋਵੇ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਆ ਕਿ ਬਿਨ ਬੁੱਝੇ, ਜਿੰਨਾ ਚਿਰ ਬੁੱਝਿਆ ਨਹੀਂ ਫਿਰ ਕੀ ਹੈ? ਪਸ਼ੂ ਢੋਰ। ਫਿਰ ਪਸ਼ੂ ਢੋਰ ਕੀ ਹੈ? ਆ ਸਰੀਰ ਹੈ ਜਿਹੜਾ, ਇਹਦੇ ਲਈ ਉਹ ਸਾਰਾ ਕੁਝ ਪ੍ਰਬੰਧ ਕਰਦਾ ਰਹਿ ਜਾਂਦਾ ਹੈ। ਜਿਹਦਾ ਸਰੀਰ ਹੈ ਉਹਦੀ ਸੋਝੀ ਨਹੀਂ ਹੁੰਦੀ। ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ। ਪਾਤਸ਼ਾਹ ਕਹਿੰਦੇ ਗੁਰਮੁਖ ਜਿਹੜੀ ਸੁਰਤ ਗਿਆਨ ਦੀ ਪ੍ਰਾਪਤੀ ਕਰਨ ਦੀ ਇੱਛਾ ਰੱਖਦੀ ਹੈ ਉਹ ਬੁੱਝ ਲੈਂਦੀ ਹੈ। ਜਿਹੜਾ ਜੀਵ ਆਪਣੇ ਆਪ ਨੂੰ ਜਾਣਨ ਦੇ ਲਈ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦਾ ਉਹ ਹੁਕਮ ਨੂੰ ਬੁੱਝ ਲੈਂਦਾ ਹੈ। ਤੇ ਜਾ ਕੇ ਭਾਗ ਮਥੋਰ ਕਹਿੰਦੇ ਉਹਦਾ ਜਿਹੜਾ ਭਾਗ ਹੈ, ਉਹਦੀ ਜਿਹੜੀ ਸੁਰਤ ਆ ਉਹ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਸਾਰੇ ਸੰਸਾਰ ਤਿੰਨੇ ਲੋਕਾਂ ਦਾ ਉਹਨੂੰ ਪੂਰੀ ਸੋਝੀ ਹੋ ਜਾਂਦੀ ਹੈ, ਕਿਉਂਕਿ ਉਹ ਆਪ ਸਵੈਮ ਚੌਥੇ ਲੋਕ ਵਿੱਚ ਜਾ ਕੇ ਖੜ ਜਾਂਦਾ ਹੈ। ਜਿਵੇਂ ਬਾਦਸ਼ਾਹ ਕਹਿੰਦੇ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੇ, ਫਿਰ ਉੱਥੋਂ ਖੜ ਕੇ ਬੋਲਦਾ ਹੈ, ਬੁਲਾਉਂਦਾ ਪਿੱਛੋਂ ਪਰਮੇਸ਼ਰ ਹੀ ਹੈ। ਪੌੜੀ ਦੇ ਵਿੱਚ ਪਾਤਸ਼ਾਹ ਕਹਿੰਦੇ ਆ, ਯਾ ਯੁੱਗ ਮੈਂ ਇੱਕ ਕੋ ਆਇਆ, ਜਨਮਤ ਮੋਇਓ ਮੋਹਣੀ ਮਾਇਆ। ਹੇ ਮੇਰੇ ਮਨ, ਆ ਦੇ ਕੀ ਲਿਖਿਆ ਪਾਤਸ਼ਾਹ ਨੇ। ਕਹਿੰਦੇ ਜਾ ਯੁੱਗ ਮੈਂ ਇੱਕ ਕੋ ਆਇਆ। ਕਹਿੰਦੇ ਇਸ ਸੰਸਾਰ ਦੇ ਅੰਦਰ ਤੂੰ ਇੱਕ ਹੋਣ ਵਾਸਤੇ ਆਇਆ। ਜਿੰਨਾ ਚਿਰ ਤੇਰਾ ਏਕਾ ਨਹੀਂ ਹੁੰਦਾ, ਤੂੰ ਇੱਕ ਨਹੀਂ ਹੁੰਦਾ, ਉਨਾ ਚਿਰ ਕੀ ਹੈ? ਜਨਮਤ ਮੋਇਓ ਮੋਹਣੀ ਮਾਇਆ। ਜਨਮ ਮਿਲਦਾ ਰਹੂਗਾ ਸਰੀਰ ਨੂੰ, ਸਰੀਰ ਆਈ ਜਾਊਗਾ ਤੇ ਮਾਇਆ ਦੇ ਮੋਹ ਦੇ ਵਿੱਚ ਸਾਰਾ ਜੀਵਨ ਵਿਅਰਥ ਹੁੰਦਾ ਜਾਊਗਾ। ਗਰਭ ਕੁੰਟ ਮੈਂ ਉਰਦ ਤਪ ਕਰਤੇ। ਕਹਿੰਦੇ ਫਿਰ ਗਰਭ ਕੁੰਟ ਮਿਲਦਾ, ਉਹਦੇ ਵਿੱਚ ਉਰਦ ਤਪ ਹੁੰਦਾ। ਉਰਦ ਤਪ ਅਸੀਂ ਕੀ ਕਹਿਣ ਲੱਗੇ ਵੀ ਸਰੀਰ ਪੁੱਠਾ ਹੁੰਦਾ, ਪੈਰ ਉੱਪਰ ਹੁੰਦੇ, ਇਹ ਉਰਦ ਤਪ ਹੈ। ਇਹ ਉਰਦ ਤਪ ਨਹੀਂ ਹੈ, ਇਹਦਾ ਸਰੀਰਕ ਕਿਰਿਆ ਹੈ।
ਉਰਦ ਤਪ ਹੈ ਉਲਟ ਕੇ ਮਾਇਆ ਨਾਲ ਜੁੜਨਾ। ਸੋਝੀ ਹੈ ਹਿਰਦੇ ਦੇ ਅੰਦਰ ਕਿ ਮੈਂ ਸੱਚ ਦੀ ਭਾਲ ਵਾਸਤੇ ਚੱਲਿਆ, ਮੈਂ ਆਪਣੇ ਮੂਲ ਨੂੰ ਪਛਾਣਨਾ ਹੈ। ਪਰ ਸਰੀਰ ਬਣਾ ਰਿਹਾ ਹੈ। ਸਰੀਰ ਬਣਾਉਣਾ ਵੀ ਜ਼ਰੂਰੀ ਸੀ, ਪਰ ਸਰੀਰ ਨੂੰ ਬਣਾਉਂਦਾ 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 ਸਰੀਰ ਦੇ ਵਿੱਚ ਹੀ ਮਿਕਸ ਹੁੰਦਾ ਚਲੇ ਜਾਂਦਾ ਹੈ। ਸਰੀਰ ਨੂੰ ਹੀ ਆਪਾ ਜਾਣਨ ਲੱਗ ਜਾਂਦਾ ਹੈ। ਸਾਸ ਸਾਸ ਸਿਮਰਤ ਪ੍ਰਭ ਰਹਿਤੇ। ਪਰ ਉੱਥੇ ਜਿਹੜਾ ਹਿਰਦੇ ਵਿੱਚ ਬੈਠਾ ਹੈ, ਉੱਥੇ ਤਾਂ ਸਾਸ ਦੀ ਵੀ ਲੋੜ ਨਹੀਂ ਸੀ ਰਹਿੰਦੀ। ਕਿਉਂ ਨਹੀਂ ਉੱਥੇ ਸਵਾਸ ਦੀ ਲੋੜ? ਕਿਉਂਕਿ ਉੱਥੇ ਸਿਮਰਤ ਹੈ, ਉੱਥੇ ਹੁਕਮ ਦੀ ਇਹਨੂੰ ਸੋਝੀ ਹੈ। ਉੱਥੇ ਪ੍ਰਭ ਹਰ ਵੇਲੇ ਇਹਦੇ ਨਾਲ ਹੈ, ਇਹ ਆਪਣੇ ਮੂਲ ਨਾਲ ਜੁੜਿਆ ਹੋਇਆ। ਇਸੇ ਕਰਕੇ ਇਹਨੂੰ ਉੱਥੇ ਸਾਹ ਦੀ ਲੋੜ ਨਹੀਂ ਪਈ। ਜਦੋਂ ਮਾਇਆ ਦੇ ਵਿੱਚ ਆਉਂਦਾ, ਮਾਤਾ ਦੇ ਗਰਭ ਚੋਂ ਬਾਹਰ ਆਉਂਦੇ, ਇਹਨੂੰ ਸਵਾਹ ਦੀ ਲੋੜ ਤਾਂ ਹੀ ਪੈਂਦੀ ਹੈ, ਆਪਣੇ ਮੂਲ ਨੂੰ ਛੱਡਦਾ। ਫਿਰ ਇਹਨੂੰ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਸਵਾਸ ਦੀ ਲੋੜ ਹੈ, ਪ੍ਰਾਤਮਾ ਨੂੰ ਜਿਉਂਦਾ ਰੱਖਣ ਵਾਸਤੇ ਗਿਰਾਸ ਦੀ ਲੋੜ ਹੈ, ਹੁਕਮ ਦੀ ਲੋੜ ਹੈ, ਗਿਆਨ ਦੀ ਲੋੜ ਹੈ। ਉਰਜ ਪਰੇ ਦੋ ਛਾੜ ਛਡਾਨਾ, ਦੇਵਨਹਾਰ ਮਨੇ ਬਸਰਾਨਾ। ਬਸ ਮਾਤਾ ਦੇ ਗਰਭ ਚੋਂ ਬਾਹਰ ਆਇਆ ਨਹੀਂ ਤਾਂ ਫਿਰ ਉਰਜ ਪਰੇ, ਫਿਰ ਅਲਝ ਜਾਂਦਾ ਹੈ। ਫਿਰ ਸੰਸਾਰੀ ਰਿਸ਼ਤੇ ਨਾਤਿਆਂ ਵਿੱਚ ਐਸਾ ਜੁੜ ਜਾਂਦਾ ਹੈ ਕਿ ਸਾਰਾ ਕੁਝ ਹੀ ਛੁੱਟ ਜਾਂਦਾ ਹੈ। ਦੇਵਨਹਾਰ ਮਨੇ ਬਿਸਰਾਨਾ, ਜਿਹੜਾ ਅੰਦਰੋਂ ਸੋਝੀ ਦਿੰਦਾ ਸੀ ਇਹਨੂੰ, ਉਹਨੂੰ ਮਨ ਆਪਣੇ ਅੰਦਰੋਂ ਹੀ ਛੱਡ ਜਾਂਦਾ, ਉਹਦਾ ਖੇੜਾ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਤਾਂ ਜਿਹਨੂੰ ਇੱਥੇ ਆ ਕੇ ਸੋਝੀ ਆ ਜਾਂਦੀ ਹੈ ਵੀ ਮੈਂ ਆਪਣਾ ਆਪਾ ਭੁੱਲਿਆ ਹੋਇਆ, ਮੈਂ ਕੋਈ ਹੋਰ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਜੋਤ ਸਰੂਪ ਹਾਂ, ਉਹ ਫਿਰ ਕੀ ਕਰਦਾ? ਧਾਰੋ ਕਿਰਪਾ ਜਿਸੈ ਗੁਸਾਈ। ਉਹ ਕਹਿੰਦਾ ਵੀ ਮੇਰੇ ਤੇ ਕਿਰਪਾ ਹੋ ਜਾਵੇ, ਉਹ ਸੋਝੀ ਮੈਨੂੰ ਦੁਬਾਰਾ ਫੇਰ ਆਵੇ। ਗੋਸਾਈ ਜਿਹੜਾ ਬੁੱਧੀ ਦਾ ਮਾਲਕ ਹੈ, ਜਿਹੜਾ ਮੈਨੂੰ ਉੱਥੇ ਹਰ ਵੇਲੇ ਪਾਲਦਾ ਸੀ, ਸ੍ਰੇਸ਼ਟ ਸੋਝੀ ਬਖਸ਼ਦਾ ਸੀ, ਉਹੀ ਮੈਨੂੰ ਦੁਬਾਰਾ ਮਿਲੇ। ਇਤੀ ਉਤ ਨਾਨਕ ਤਿਸ ਵਿਸਰੋ ਨਾਹੀ। ਫਿਰ ਨਾਨਕ ਜੀ ਪਾਤਸ਼ਾਹ ਕਹਿੰਦੇ ਮੈਂ ਨਹੀਂ ਉਹਨੂੰ ਵਿਸਾਰਨਾ ਚਾਹੁੰਦਾ। ਫਿਰ ਉਹ ਭਾਵੇਂ ਜਿੰਨਾ ਚਿਰ ਮਰਜ਼ੀ ਇੱਥੇ ਰੱਖੇ ਸੰਸਾਰ ਦੇ ਵਿੱਚ, ਤੇ ਭਾਵੇਂ ਸੰਸਾਰ 'ਚ ਨਾ ਰੱਖੇ, ਪਰ ਮੈਂ ਉਹਨੂੰ ਵਿਸਾਰਨਾ ਨਹੀਂ ਚਾਹੁੰਦਾ। ਮੈਂ ਹਰ ਵੇਲੇ ਉਸ ਹੁਕਮ ਨਾਲ ਜੁੜਿਆ ਰਹਿਣਾ ਚਾਹੁੰਦਾ। ਇਸੇ ਤਰ੍ਹਾਂ ਹੀ ਅੰਗ 468 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਗੁਰੂ ਨਾਨਕ ਸਾਹਿਬ ਵੀ ਸ਼ਲੋਕ ਮਹੱਲਾ ਪਹਿਲਾ ਦੇ ਵਿੱਚ, ਕਿ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਵੇਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਦੇਖੋ ਹੁਣ ਇੱਥੇ ਪਾਤਸ਼ਾਹ ਕੀ ਕਹਿੰਦੇ ਆ, ਜੇ ਇੱਕ ਹੋਏ ਤਾਂ। ਹੇ ਮੇਰੇ ਮਨਾ, ਹੁਣ ਤੈਨੂੰ ਉਪਦੇਸ਼ ਹੈ, ਨਾ ਕਿ ਇੱਕ ਪਰਮੇਸ਼ਰ ਨੂੰ ਉਪਦੇਸ਼ ਹੈ। ਪਰਮੇਸ਼ਰ ਦਾ ਉਪਦੇਸ਼ ਦੇ ਰਿਹਾ, ਅਸੀਂ ਕੀ ਕਰ ਲਿਆ? ਅਸੀਂ ਉਪਦੇਸ਼ ਪਰਮੇਸ਼ਰ ਨੂੰ ਦੇਣ ਲੱਗ ਗਏ ਕਿ ਜੀ ਪਰਮੇਸ਼ਰ ਇੱਕ ਹੈ। ਪਰਮੇਸ਼ਰ ਨੇ ਤਾਂ ਸਾਨੂੰ ਦੱਸਿਆ ਵੀ ਤੂੰ ਵੀ ਇੱਕ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੀ ਭਾਈ ਤੂੰ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਅਸੀਂ ਆਪਣਾ ਮੂਲ ਪਛਾਣਨ ਦੀ ਬਜਾਏ ਕਿਸੇ ਹੋਰ ਨੂੰ ਕੁਛ ਮੰਨਦੇ ਹਾਂ, ਤੇ ਫਿਰ ਸਾਰਾ ਜੀਵਨ ਇਸ ਤਰ੍ਹਾਂ ਹੀ ਬਤੀਤ ਹੋ ਜਾਂਦਾ, ਪ੍ਰਾਪਤੀ ਨਹੀਂ ਹੁੰਦੀ। ਸੋ ਪਾਤਸ਼ਾਹ ਕਹਿੰਦੇ ਜੇ ਇੱਕ ਹੋਏ, ਵੀ ਜੇ ਤੂੰ ਇੱਕ ਹੋ ਜਵੇਂ, ਤੂੰ ਦੋ ਹਿੱਸਿਆਂ ਵਿੱਚ ਆਤਮਾ ਹੈ, ਪ੍ਰਾਤਮਾ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ। ਜੇ ਤੂੰ ਇੱਕ ਹੋ ਜਵੇਂ ਤਾਂ ਉਗਵੈ, ਫੇਰ ਇਹਦੇ ਅੰਦਰੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਰੁੱਤੀ ਹੂੰ ਰੁੱਤ ਹੋਏ, ਕਹਿੰਦੇ ਰੁੱਤ ਤਾਂ ਹੈ, ਪਰ ਨਾਨਕ ਪਾਹੇ ਵਾਰਾ ਕੋਰੈ ਰੰਗ ਨਾ ਸੋਏ। ਕਹਿੰਦੇ ਜਿਹੜਾ ਇਸ ਹੁਕਮ ਤੋਂ ਬਾਹਰ ਹੈ, ਫਿਰ ਨਹੀਂ ਕਹਿੰਦੇ ਰੰਗ ਚੜ੍ਹਦਾ। ਸੋ ਗੁਰਬਾਣੀ ਦੇ ਅੰਦਰ ਬੇਅੰਤ ਬਚਨ ਹਨ ਕਿ ਜਿਹੜਾ ਇੱਕ ਹੈ ਉਹ ਸ਼ੁੱਧ ਸਰੂਪ ਹੈ। ਐਸ ਮਿਰਤ ਲੋਕ ਦੇ ਅੰਦਰ ਵੀ ਸ੍ਰੀ ਧਰੂੰ ਜੀ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਤੇ 10ਵੇਂ ਪਾਤਸ਼ਾਹ ਤੋਂ ਬਾਅਦ ਬੇਅੰਤ ਗੁਰਮੁਖ ਜਿਹੜੇ ਇੱਕ ਹੋਏ ਤੇ ਇੱਕ ਹੋ ਕੇ ਉੱਗੇ, ਉਹਨਾਂ ਦੀਆਂ ਨਿਸ਼ਾਨੀਆਂ ਉਹ ਸਾਡੇ ਕੋਲ ਨੇ ਕਿ ਉਹ ਕਿਸ ਤਰ੍ਹਾਂ ਦੀ ਅਵਸਥਾ ਦੇ ਮਾਲਕ ਸੀ। ਉਸੇ ਤਰ੍ਹਾਂ ਦਾ ਹੀ ਹੇ ਮੇਰੇ ਮਨਾ ਬਣਨਾ ਪਵੇਗਾ। ਜੇ ਤੂੰ ਉਸੇ ਤਰ੍ਹਾਂ ਦਾ ਹੀ ਇੱਕ ਬਣ ਜਾਵੇਂਗਾ ਤਾਂ ਤੂੰ ਵੀ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰੇਗਾ। ਭਾਵ ਕਿ ਜਿੰਨਾ ਵੀ ਚਿਰ ਇਸ ਮਿਰਤ ਲੋਕ ਵਿੱਚ ਵੀ ਸਰੀਰ ਹੈ, ਉਨਾ ਚਿਰ ਵੀ ਜੋਤ ਸੱਚਖੰਡ ਦਾ ਹਿੱਸਾ ਬਣ ਜਾਂਦੀ ਹੈ। ਤੇ ਜਦੋਂ ਸਰੀਰ ਛੁੱਟ ਗਿਆ, ਉਸ ਤੋਂ ਬਾਅਦ ਜੋਤ ਜਾ ਕੇ ਉਸੇ ਹੀ ਸਭਾ ਦੇ ਵਿੱਚ ਬੈਠ ਜਾਂਦੀ ਹੈ, ਜਿਹੜੀ ਉਹ ਮਹਾਨ ਵੱਡੀ ਸੇਵਾ ਹੈ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਕੀਤੀ ਜਾਵੇਗੀ। ਬੁਲਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।